नाल मिल के कढ़िए वचन बुक ऑफ जेनेसिस जिहड़ी फर्स्ट बुक आ पवित्र बाइबल दे विच, उत्पत्ति ओदा 22 अध्याय capitolo 22 ਉਹਦੀ 10 ਆਇਤ ਤੋਂ ਪੜੋ, dal versetto 10. Genesi, capitolo 22, versetto 10. Abramo stese la mano e prese il coltello per scannare suo figlio. Ma l'angelo del Signore lo chiamò dal cielo e disse: Abramo, Abramo. Egli rispose: Eccomi. E l'angelo: Non stendere la mano contro il ragazzo e non fargli male. Ora so che tu temi Dio, poiché non mi hai rifiutato tuo figlio, l'unico tuo. Abramo alzò gli occhi, guardò, ed ecco dietro a sé un montone, impigliato per le corna in un cespuglio. Abramo andò, prese il montone e lo offerse in olocausto invece di suo figlio. Abramo chiamò quel luogo Yahweh Ire. Per questo si dice oggi: al monte del Signore sarà provveduto. L'angelo del Signore chiamò dal cielo Abramo una seconda volta e disse: Io giuro per me stesso, dice il Signore, che siccome tu hai fatto questo e non mi hai rifiutato tuo figlio, l'unico tuo, io ti colmerò di benedizioni e moltiplicherò la tua discendenza come le stelle del cielo e come la sabbia che è sul lido del mare. E la tua discendenza si impadronirà della città dei suoi nemici. Tutte le nazioni della terra saranno benedette nella tua discendenza, perché tu hai obbedito alla mia voce. ਆਮੀਨ, Amen. ਹਾਲੇਲੂਇਆ। ਹਾਲੇਲੂਇਆ। ਇਹਦੀ 10 ਤੋਂ ਲੈ ਕੇ 18 ਤੱਕ ਮੈਂ ਪੜ੍ਹਦਾ ਇਹਨੂੰ ਪੰਜਾਬੀ ਦੇ ਵਿੱਚ। ਤਾਂ ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਕੱਢ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਕੋਹੇ, ਤਾਂ ਯਹੋਵਾ ਦੇ ਦੂਤ ਨੇ ਉਹਨੂੰ ਆਕਾਸ਼ ਤੋਂ ਪੁਕਾਰਿਆ, ਅਬਰਾਹਾਮ, ਅਬਰਾਹਾਮ। ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਉਸ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਵਰ ਤੋਂ ਭੈ ਖਾਂਦਾ ਹੈ, ਕਿਉਂ ਜੋ ਤੈਂ ਆਪਣੇ ਪੁੱਤਰ ਹਾਂ, ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ। ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ ਉਹਦੇ ਪਿੱਛੇ ਇੱਕ ਛਤਰਾ ਸੀ ਜਿਹਦੇ ਸਿੰਘ ਇੱਕ ਝਾੜੀ ਵਿੱਚ ਫਸੇ ਹੋਏ ਸਨ। ਤਾਂ ਅਬਰਾਹਾਮ ਗਿਆ ਔਰ ਛਤਰੇ ਨੂੰ ਫੜ ਕੇ ਲੈ ਆਂਦਾ ਔਰ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਚੜਾਇਆ। ਤਾਂ ਅਬਰਾਹਾਮ ਨੇ ਉਸ ਥਾਂ ਦਾ ਨਾਮ ਯਹੋਵਾ ਯਿਰੇ ਰੱਖਿਆ। ਯਹੋਵਾ ਯਰੀ ਮੀਨਸ ਕੇ ਜਿਹੜਾ ਅੱਜ ਤੀਕ ਅਕੀਦਾ ਹੈ ਕਿ ਯਹੋਵਾ ਦੇ ਪਰਬਤ ਉੱਤੇ ਦਿੱਤਾ ਜਾਵੇਗਾ। ਫਿਰ ਯਹੋਵਾ ਦੇ ਦੂਤ ਨੇ ਆਕਾਸ਼ੋਂ ਅਬਰਾਹਾਮ ਨੂੰ ਦੂਜੀ ਵਾਰ ਸੱਦਿਆ ਅਤੇ ਆਖਿਆ, ਮੈਂ ਆਪ ਆਪਣੀ ਸਹੁੰ ਖਾਧੀ ਹੈ, ਯਹੋਵਾ ਦਾ ਵਾਕ ਹੈ, ਕਿਉਂ ਜੋ ਤੈਂ ਇਹ ਕੰਮ ਕੀਤਾ ਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ, ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਔਰ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਔਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਅੱਤ ਵਧਾਵਾਂਗਾ ਔਰ ਤੇਰੀ ਅੰਸ਼ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ ਅਤੇ ਤੇਰੀ ਅੰਸ਼ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਕਿਉਂ ਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ। ਤਾਂ ਅਬਰਾਹਾਮ ਆਪਣੇ ਜਵਾਨਾਂ ਕੋਲ ਮੁੜ ਆਇਆ। ਆਮੀਨ। ਕਿ ਅੱਜ ਮੈਂ ਜਿੰਨਾ ਵਚਨ ਸੁਣਾ, ਇਹ ਵਚਨ ਮੇਰੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲ ਲੈ ਕੇ ਆਵੇ ਔਰ ਇਹ ਫਲ ਯੀਸ਼ੂ ਦੇ ਨਾਮ ਦੇ ਵਿੱਚ ਬਣਿਆ ਰਵੇ। ਆਮੀਨ, ਹਾਲੇਲੂਇਆ। ਬਾਈਬਲ 'ਚ ਲਿਖਿਆ, ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨੂੰ ਬੁਲਾਇਆ ਕਿ ਅਬਰਾਹਾਮ, ਇਸਹਾਕ ਨੂੰ ਆਪਣੇ ਇਕਲੌਤੇ ਪੁੱਤਰ ਨੂੰ, ਜਿਹੜਾ ਅਬਰਾਹਾਮ ਨੂੰ 100 ਸਾਲ ਦੀ ਉਮਰ ਦੇ ਵਿੱਚ ਮਿਲਿਆ ਸੀ, ਬੁਢਾਪੇ ਦੀ ਅਵਸਥਾ ਦੇ ਵਿੱਚ ਮਿਲਿਆ ਸੀਗਾ, ਪਰਮੇਸ਼ਵਰ ਕਹਿੰਦੇ ਤੂੰ ਇਹਨੂੰ ਮੇਰੇ ਲਈ ਬਲੀ ਚੜਾ ਦੇ। ਤੇ ਬਾਈਬਲ ਦੱਸਦੀ ਆ ਅਬਰਾਹਾਮ ਨੇ ਜਿੱਦਾਂ ਪਰਮੇਸ਼ਵਰ ਨੇ ਕਿਹਾ ਸੀ ਉਦਾਂ ਹੀ ਕੀਤਾ। ਉਸ ਬੱਚੇ ਨੂੰ ਲੈ ਕੇ ਉਹ ਜਿਹੜਾ ਪਹਾੜ ਪਰਮੇਸ਼ਵਰ ਨੇ ਕਿਹਾ ਸੀ ਉਸ ਪਹਾੜ ਨੂੰ ਤੁਰ ਪਿਆ ਆਪਣੇ ਇਕਲੌਤੇ ਪੁੱਤਰ ਦੀ ਬਲੀ ਦੇਣ ਦੇ ਲਈ। ਤੇ ਕਿੱਦਾਂ ਹੀ ਉਹ ਜਗਵੇਦੀ ਦੇ ਉੱਤੇ ਪਾ ਕੇ ਬਲੀ ਦੇਣ ਲੱਗਾ ਤੇ ਪਰਮੇਸ਼ਵਰ ਦੇ ਦੂਤ ਦੀ ਆਵਾਜ਼ ਆਈ ਕਿ ਅਬਰਾਹਾਮ, ਤੂੰ ਇਸ ਮੁੰਡੇ ਨੂੰ ਕੁਝ ਵੀ ਕਰੀ ਨਾ, ਇੱਥੇ ਛੁਰੀ ਨਾ ਚਲਾ। ਪਰਮੇਸ਼ਵਰ ਨੇ ਕਿਹਾ, ਹੁਣ ਮੈਂ ਜਾਣ ਲਿਆ ਵਾ ਕਿ ਤੂੰ ਮੇਰੇ ਤੋਂ ਡਰਦਾ ਆ, ਤੂੰ ਮੇਰਾ ਭੈ ਖਾਂਦਾ ਵਾ, ਤੂੰ ਮੈਨੂੰ ਪਿਆਰ ਕਰਦਾ ਆ। ਹਾਲੇਲੂਇਆ। ਬਾਈਬਲ 'ਚ ਲਿਖਿਆ, ਅਬਰਾਹਮ ਨੇ ਜਦ ਅੱਖਾਂ ਚੁੱਕ ਕੇ ਵੇਖਿਆ ਇੱਕ ਛਤਰਾ, ਜਿੱਦਾਂ ਲਿਖਿਆ, ਇੱਕ ਬਲੀਦਾਨ ਦੇ ਲਈ ਜਾਨਵਰ ਉਸ ਝਾੜੀ ਦੇ ਵਿੱਚ ਚੜਿਆ ਹੋਇਆ ਸੀ। ਅਬਰਾਹਮ ਨੇ ਉਸ ਛਤਰੇ ਨੂੰ ਲਿਆ ਔਰ
ਆਪਣੇ ਪੁੱਤਰ ਇਸਾਕ ਦੀ ਥਾਂ ਜਗਵੇਦੀ ਤੇ ਲੰਮਾ ਪਾਇਆ ਔਰ ਉਹਦੀ ਬਲੀ ਪਰਮੇਸ਼ਵਰ ਨੂੰ ਚੜਾਈ। ਹਾਲੇਲੂਇਆ। ਤੇ ਅੱਗੇ ਜਾ ਕੇ ਪਰਮੇਸ਼ਵਰ ਕਹਿੰਦੇ ਆ, ਮੈਂ ਜਾਣ ਲਿਆ ਵਾ ਕਿ ਤੂੰ ਆਪਣੇ ਇਕਲੌਤੇ ਦਾ ਵੀ ਸਰਫਾ ਮੇਰੇ ਤੋਂ ਨਹੀਂ ਕੀਤਾ, ਹੁਣ ਮੈਂ ਤੈਨੂੰ ਕੀ ਕਰਾਂਗਾ, ਬਰਕਤਾਂ ਤੇ ਬਰਕਤਾਂ ਦਿਆਂਗਾ, ਮੈਂ ਤੈਨੂੰ ਮਲਟੀਪਲਾਈ ਕਰਾਂਗਾ, ਤੇਰੀ ਅੰਸ਼ ਨੂੰ ਇੰਨਾ ਵਧਾਵਾਂਗਾ ਜਿੰਨੇ ਆਕਾਸ਼ ਦੇ ਤਾਰੇ ਆ, ਜਿੰਨੇ ਰੇਤ ਦੇ ਕਾਣਵਾ ਸਮੁੰਦਰ ਦੇ ਉੱਤੇ। ਤੇਰੀ ਅੰਸ਼ ਦੇ ਵਿੱਚੋਂ ਸਾਰੀਆਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਹਾਲੇਲੂਇਆ। ਅਤੇ ਤੇਰੀ ਅੰਸ਼ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਕਿਉਂ ਜੋ ਤੂੰ ਮੇਰਾ ਬੋਲ ਸੁਣਿਆ ਹੈ। ਆਮੀਨ। ਹਾਲੇਲੂਇਆ। ਪਰਮੇਸ਼ਵਰ ਕਹਿੰਦੇ, ਮੈਂ ਅਬਰਾਹਮ ਜਾਣ ਲਿਆ ਆ ਕਿ ਤੂੰ ਮੈਨੂੰ ਪਿਆਰ ਕਰਦਾ, ਕਿਉਂ? ਕਿਉਂਕਿ ਤੂੰ ਆਪਣੇ ਇਕਲੌਤੇ ਦਾ ਵੀ ਸਰਫਾ ਨਹੀਂ ਕੀਤਾ। ਅਸੀਂ ਤਾਂ ਕੀ ਪਰਮੇਸ਼ਵਰ ਨੂੰ ਹਜੇ ਇਹ ਪੱਕਾ ਭਰੋਸਾ ਨਹੀਂ ਸੀਗਾ ਕਿ ਅਬਰਾਹਮ ਦੀ ਲਾਈਫ ਦੇ ਵਿੱਚ ਮੇਰਾ ਪ੍ਰਥਮ ਸਥਾਨ ਆ, ਜਾਂ ਅਬਰਾਹਮ ਆਪਣੇ ਪਰਮੇਸ਼ਵਰ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ। ਕੀ ਪਰਮੇਸ਼ਵਰ ਕਨਫਰਮ ਨਹੀਂ ਸੀਗੇ? ਪਰਮੇਸ਼ਵਰ ਦੇ ਕਹਿਣ ਤੇ ਉਹਨੇ ਆਪਣੇ ਘਰ ਨੂੰ ਛੱਡ ਦਿੱਤਾ, ਬਹੁਤ ਵੱਡਾ ਬਲੀਦਾਨ। ਪਰਮੇਸ਼ਵਰ ਦੇ ਕਹਿਣ ਤੇ ਆਪਣੀ ਕੰਟਰੀ ਨੂੰ ਛੱਡ ਦਿੱਤਾ, ਬਹੁਤ ਵੱਡਾ ਬਲੀਦਾਨ। ਪਰਮੇਸ਼ਵਰ ਦੇ ਕਹਿਣ ਤੇ ਉਹ ਆਪਣੀ ਸਾਰੀ ਸੈਟਲ ਲਾਈਫ ਨੂੰ ਛੱਡ ਕੇ ਕਦੀ ਕਿਤੇ ਟੈਂਟ ਲਗਾ ਰਿਹਾ, ਕਦੀ ਕਿਤੇ ਤੰਬੂ ਲਗਾ ਰਿਹਾ। ਇੱਕ ਤੇ ਛੋਟਾ ਬਲੀਦਾਨ ਸੀ। ਹਾਲੇਲੂਇਆ। ਕੀ ਪਰਮੇਸ਼ਵਰ ਨੂੰ ਇਹ ਯਕੀਨ ਨਹੀਂ ਸੀਗਾ, ਭਰੋਸਾ ਨਹੀਂ ਸੀਗਾ ਕਿ ਅਬਰਾਹਮ ਮੈਨੂੰ ਹੀ ਪਿਆਰ ਕਰਦਾ ਆ? ਹਾਲੇਲੂਇਆ। ਪਰਮੇਸ਼ਵਰ ਨੂੰ ਭਰੋਸਾ ਸੀ। ਬਹੁਤ ਵਾਰੀ ਪਰਮੇਸ਼ਵਰ ਜੋ ਤੁਹਾਨੂੰ ਬਲੈਸ ਕਰਦੇ ਆ, ਆਸ਼ੀਸ਼ ਦਿੰਦੇ ਆ, ਬਰਕਤ ਦਿੰਦੇ ਆ, ਪਰਮੇਸ਼ਵਰ ਤੁਹਾਨੂੰ ਚੈੱਕ ਕਰਦੇ ਆ ਕਿ ਹੁਣ ਜਿਹੜੀ ਬਰਕਤ ਮੈਂ ਉਹਨੂੰ ਦੇ ਦਿੱਤੀ ਆ, ਕੀ ਹੁਣ ਇਸ ਬਰਕਤ ਦਾ ਪਹਿਲਾ ਸਥਾਨ ਇਹਦੀ ਲਾਈਫ ਦੇ ਵਿੱਚ ਆ ਜਾਂ ਮੇਰਾ ਪਹਿਲਾ ਸਥਾਨ ਆ? ਹਾਲੇਲੂਇਆ। ਹਾਲੇਲੂਇਆ। ਇਸਹਾਕ ਉਹ ਪੁੱਤਰ ਜਿਹੜਾ ਬੁਢਾਪੇ ਦੀ ਅਵਸਥਾ ਵਿੱਚ ਮਿਲਿਆ, ਉਸ ਤੋਂ ਸਿਵਾ ਉਹਦੀ ਕੋਈ ਵੀ ਔਲਾਦ ਵੀ ਹੈ ਨਹੀਂ ਗੀ, ਉਹਦੇ ਘਰ ਦਾ ਕੋਈ ਵਾਰਿਸ ਵੀ ਹੈ ਨਹੀਂਗਾ। ਪਰਮੇਸ਼ਵਰ ਨੇ ਉਹਨੂੰ ਦੁਨਿਆਵੀ ਮਟੀਰੀਅਲ ਥਿੰਗਸ ਦੇ ਨਾਲ, ਜ਼ਮੀਨ, ਜਾਇਦਾਦ, ਡੰਗਰਾਂ, ਸੋਨੇ ਚਾਂਦੀ ਦੇ ਨਾਲ ਬਲੈਸ ਕੀਤਾ। ਅਬਰਾਹਮ ਦੇ ਮਨ ਚ ਕਈ ਖਿਆਲ ਹੁੰਦੇ ਨੇ, ਮੈਂ ਕਿਹਦੇ ਲਈ ਛੱਡ ਕੇ ਜਾਣਾ ਹੈ। ਜਦੋਂ ਉਹ ਹੋਪ ਪੈਦਾ ਹੋਈ, ਉਹ ਆਸ ਦੀ ਕਿਰਨ ਉਹਦੀ ਲਾਈਫ ਦੇ ਵਿੱਚ ਆਈ ਤੇ ਪਰਮੇਸ਼ਵਰ ਨੇ ਉਹਨੂੰ ਵੀ ਵਾਪਸ ਮੰਗ ਲਿਆ। ਅਬਰਾਹਮ ਨੇ ਕਿਹਦੀ ਸੁਣੀ? ਪਰਮੇਸ਼ਵਰ ਦੀ, ਕਿਉਂਕਿ ਅਬਰਾਹਮ ਬਰਕਤ ਨੂੰ ਨਹੀਂ ਬਲਕਿ ਬਰਕਤ ਦੇਣ ਵਾਲੇ ਨੂੰ ਪਿਆਰ ਕਰਦਾ ਸੀ। ਹਾਲੇਲੂਇਆ। ਹਾਲੇਲੂਇਆ। ਅੱਜ ਜਦੋਂ ਤੁਸੀਂ ਪਰਮੇਸ਼ਵਰ ਤੁਹਾਨੂੰ ਚੈੱਕ ਕਰਦੇ ਆ, ਫॉर ਐਗਜ਼ਾਮਪਲ ਪਰਮੇਸ਼ਵਰ ਤੁਹਾਨੂੰ ਬਿਜ਼ਨਸ ਦਿੱਤਾ ਔਰ ਉਹ ਬਹੁਤ ਫਰੂਟਫੁਲ ਹੋਇਆ, ਬਹੁਤ ਫਲਵੰਤ ਹੋਇਆ, ਕਾਮਯਾਬ ਹੋਇਆ, ਸਕਸੈਸਫੁਲ ਹੋਇਆ। ਇੱਕ ਸਮਾਂ ਆਉਣਾ ਪਰਮੇਸ਼ਵਰ ਨੇ ਚੈੱਕ ਕਰਨਾ ਕਿ ਹੁਣ ਪਹਿਲਾ ਸਥਾਨ ਇਸ ਬਿਜ਼ਨਸ ਦਾ ਵਾ ਜਾਂ ਮੇਰਾ ਆ ਲਾਈਫ ਦੇ ਵਿੱਚ। ਹੁੰਦਾ ਕੀ ਆ, ਪਰਮੇਸ਼ਵਰ ਤੁਹਾਨੂੰ ਕੋਈ ਜੌਬ ਇਦਾਂ ਦੀ ਅੱਛੀ ਜੌਬ ਦਿੰਦੇ ਆ, ਅੱਛਾ ਬਿਜ਼ਨਸ ਦਿੰਦੇ ਆ, ਲੇਕਿਨ ਉਹ ਬਿਜ਼ਨਸ ਹੀ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਵਾ, ਹੁਣ ਤੁਹਾਡੇ ਕੋਲ ਪਰਮੇਸ਼ਵਰ ਦੇ ਲਈ ਵੀ ਸਮਾਂ ਨਹੀਂ ਰਹਿ ਜਾਂਦਾ। ਉਹ ਜੌਬ ਹੀ ਇੰਨੀ ਜ਼ਿਆਦੀ ਬੈਸਟ ਹੋ ਜਾਂਦੀ ਆ ਕਿ ਇਨਸਾਨ ਦੇ ਕੋਲ ਪਰਮੇਸ਼ਵਰ ਦੇ ਲਈ ਸਮਾਂ ਵੀ ਨਹੀਂ ਰਹਿ ਜਾਂਦਾ। ਉਹ ਆਸ਼ੀਸ਼ ਹੀ ਇੰਨੀ ਵੱਡੀ ਹੋ ਜਾਂਦੀ ਆ, ਉਹ ਬਰਕਤ ਹੀ ਇੰਨੀ ਵੱਡੀ ਹੋ ਜਾਂਦੀ, ਹੁਣ ਇਨਸਾਨ ਦੇ ਲਈ ਉਹ ਬਰਕਤ ਹੀ ਪਰਮੇਸ਼ਵਰ ਬਣ ਜਾਂਦੀ ਹੈ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਵਰ ਚੈੱਕ ਕਰਦੇ ਆ ਤੁਸੀਂ ਕਿਹੜੀ ਚੀਜ਼ ਨੂੰ ਹੁਣ ਵੀ ਪਹਿਲਾ ਸਥਾਨ ਦੇ ਰਹੇ, ਮੇਰੀ ਦਿੱਤੀ ਹੋਈ ਬਰਕਤ ਨੂੰ ਜਾਂ ਮੈਨੂੰ, ਮੇਰੀ ਦਿੱਤੀ ਹੋਈ ਚੰਗਿਆਈ ਨੂੰ ਜਾਂ ਮੈਨੂੰ, ਮੇਰੇ ਦਿੱਤੇ ਹੋਏ ਬਿਜ਼ਨਸ ਨੂੰ ਜਾਂ ਮੈਨੂੰ, ਮੇਰੀ ਦਿੱਤੀ ਹੋਈ ਜੌਬ ਨੂੰ ਜਾਂ ਮੈਨੂੰ। ਹਾਲੇਲੂਇਆ। ਥੈਂਕ ਯੂ ਜੀਸਸ। ਹਾਲੇਲੂਇਆ। ਹਾਲੇਲੂਇਆ। ਅਸੀਂ ਜੋ ਅੱਜ ਆਪਾਂ ਜਾਣਦੇ ਆ, ਖੁਦਾ ਦੇ ਬਹੁਤ ਵੱਡੇ ਨਬੀ, ਪ੍ਰੋਫੈਟ, ਮੇਜਰ ਪ੍ਰੋਫੈਟ, ਸਾਡੇ ਰਿਸਪੈਕਟਡ, ਸਾਡੇ ਸੀਨੀਅਰ ਪ੍ਰੋਫੈਟ ਟੀਬੀ ਜੋਸ਼ੂਆ ਪ੍ਰਭੂ ਦੇ ਕੋਲ ਚਲੇ ਗਏ ਨੇ, ਔਰ ਅਸੀਂ ਉਹਨਾਂ ਦੇ ਲਈ ਸੋਗ ਨਹੀਂ ਕਰਦੇ ਬਲਕਿ ਉਹਨਾਂ ਦੀ ਲਾਈਫ ਨੂੰ ਸੈਲੀਬ੍ਰੇਟ ਕਰਦੇ ਹਾਂ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਬਹੁਤ ਸਾਰੀਆਂ ਵੱਡੀਆਂ ਮਿਨਿਸਟਰੀਆਂ ਦੇ ਲਈ ਉਹ ਅਗਵਾਈ ਦਾ ਕਾਰਨ ਬਣੇ ਆ। ਬਹੁਤ ਸਾਰੇ ਇਹਦੇ ਬਲੈਸਡ ਅਪੋਸਟਲਸ, ਪ੍ਰੋਫੈਟਸ, ਉਹਨਾਂ ਦੀ ਅਗਵਾਈ ਦਾ ਉਹ ਕਾਰਨ ਬਣੇ ਆ। ਆਮੀਨ। ਆਪਾਂ ਜਾਣਦੇ ਆ ਕਿ ਸਵਰਗ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਹਾਲੇਲੂਇਆ। ਹਾਲੇਲੂਇਆ। ਔਰ ਹੈਰਾਨਗੀ ਦੀ ਗੱਲ, ਅੱਜ ਜਦੋਂ ਮੈਂ ਸਵੇਰ ਇਹ ਨਿਊਜ਼ ਦੇਖੀ ਔਰ
ਖੁਦਾ ਦੇ ਦਾਸ ਅਪੋਸਟਲ ਅੰਕੁਨੂਲਾ ਜੋ ਸਵੇਰ ਦੀ ਮੀਟਿੰਗ ਵਿੱਚ ਉਹ ਵੀ ਕਹਿ ਰਹੇ ਸੀਗੇ ਕਿ ਸਾਨੂੰ ਗੌਰ ਕਰਨ ਦੀ ਲੋੜ ਆ ਜਦੋਂ ਅਸੀਂ ਮਰਨਾ ਵਾ ਤੇ ਕਿੱਥੇ ਜਾਣਾ ਆ। ਔਰ ਅਮੇਜ਼ਿੰਗ ਗੱਲ ਆ, ਅਸੀਂ ਕੱਲ ਫੈਮਿਲੀ ਨੂੰ ਵਿਜ਼ਿਟ ਕਰਨ ਗਏ ਸੀਗੇ, ਉਹ ਸੇਮ ਵਰਡ ਮੈਂ ਉਸ ਜਗ੍ਹਾ ਤੇ ਦੱਸ ਰਿਹਾ ਸੀ। ਹਾਲੇਲੂਇਆ। ਕਿ ਅੱਜ ਸਾਨੂੰ ਸੋਚਣ ਦੀ ਲੋੜ ਆ ਜਦੋਂ ਅਸੀਂ ਇਸ ਦੁਨੀਆ ਤੋਂ ਜਾਣਾ ਤੇ ਕਿੱਥੇ ਜਾਣਾ। ਹਾਲੇਲੂਇਆ। ਹਾਲੇਲੂਇਆ। ਅੱਜ ਸਾਨੂੰ ਬਰਕਤ ਨਹੀਂ ਬਲਕਿ ਬਰਕਤ ਦੇਣ ਵਾਲੇ ਨੂੰ ਮੰਗਣ ਦੀ ਲੋੜ ਵਾ। ਹਾਲੇਲੂਇਆ। ਕਿਉਂਕਿ ਜਦੋਂ ਬਰਕਤ ਦੇਣ ਵਾਲਾ ਤੁਹਾਡੇ ਕੋਲ ਵਾ, ਦੁਨੀਆ ਦੀਆਂ ਬਰਕਤਾਂ ਵੀ ਤੁਹਾਡੇ ਕੋਲ ਵਾ ਤੇ ਸਵਰਗ ਦਾ ਰਾਜ ਵੀ ਤੁਹਾਡੇ ਕੋਲ ਵਾ, ਸਵਰਗ ਦੀ ਜ਼ਿੰਦਗੀ ਵੀ ਤੁਹਾਡੇ ਕੋਲ ਵਾ। ਹਾਲੇਲੂਇਆ। ਹਾਲੇਲੂਇਆ। ਅਸੀਂ ਤਾਂ ਬਰਕਤ ਆਸ਼ੀਸ਼ ਤੁਹਾਡੇ ਤੇ ਇੰਨੀ ਜ਼ਿਆਦੀ ਹੈਵੀ ਨਾ ਹੋ ਜਾਵੇ ਤੁਹਾਡੇ ਕੋਲ ਪਰਮੇਸ਼ਵਰ ਲਈ ਵੀ ਸਮਾਂ ਨਾ ਰਹਿ ਜਾਵੇ, ਤੁਸੀਂ ਪਰਮੇਸ਼ਵਰ ਨੂੰ ਵੀ ਇਗਨੋਰ ਕਰਨਾ ਸ਼ੁਰੂ ਕਰ ਦੇਵੋ। ਤੁਸੀਂ ਪਰਮੇਸ਼ਵਰ ਨੂੰ ਪਿੱਛੇ ਕਰ ਦੋ ਤੇ ਆਪਣੀ ਉਸ ਉਹ ਕੀ ਉਹ ਬਿਜ਼ਨਸ ਆ, ਚਾਹੇ ਉਹ ਹੀਲਿੰਗ ਆ, ਕੁਛ ਵੀ ਆ। ਬਹੁਤ ਵਾਰੀ ਕੀ ਹੁੰਦਾ ਆ, ਜਦੋਂ ਇਨਸਾਨ ਕਿਸੇ ਬਿਮਾਰੀ ਦੀ ਅਵਸਥਾ ਹੁੰਦਾ, ਉਹਨੂੰ ਹੀਲਿੰਗ ਚੰਗਾਈ ਚਾਹੀਦੀ, ਉਦੋਂ ਉਹ ਪਰਮੇਸ਼ਵਰ ਦਾ ਪੂਰਾ ਚੱਲਦਾ ਆ। ਜਿੱਦਾਂ ਹੀਲਿੰਗ ਮਿਲਦੀ ਆ ਉਸ ਤੋਂ ਬਾਅਦ ਹੁਣ ਉਹਦੇ ਆਪਣੇ ਕੰਮ ਜਿਹੜੇ ਇੰਨੇ ਕੁ ਵੱਧ ਜਾਂਦੇ ਆ, ਆਪਣੇ ਉਹਦੀ ਮਸਰੂਫੀਅਤ ਜਿਹਨੂੰ ਆਪਾਂ ਬੋਲਦੇ ਆ, ਉਹ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦਾ ਆ, ਜੇ ਉਹਨੂੰ ਪੁੱਛ ਵੀ ਲਵੋ ਨਹੀਂ ਟਾਈਮ ਹੀ ਨਹੀਂ ਲੱਗਦਾ। ਉਹਨੂੰ ਅਗਰ ਪੁੱਛੋ ਤਾਂ ਆਪਣੇ ਬਹੁਤ ਸਾਰੀ ਚੀਜ਼ਾਂ ਦੱਸਦੇ, ਮੈਂ ਇੱਥੇ ਕਰਦਾ, ਮੈਂ ਆਹ ਕਰਦਾ, ਮੈਂ ਇੱਥੇ ਬਿਜ਼ੀ ਆ। ਹਾਲੇਲੂਇਆ। ਜਦੋਂ ਅੱਜ ਆਪਣੀ ਲਾਈਫ ਵਿੱਚ ਪ੍ਰਥਮ ਸਥਾਨ ਪਰਮੇਸ਼ਵਰ ਨੂੰ ਦਵੋ, ਯਿਸੂ ਮਸੀਹ ਨੂੰ ਦਵੋ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਉਹਦੀ ਸਿਫਾਰਿਸ਼ ਹੀ ਚੱਲਣੀ ਹੈ ਇਸ ਧਰਤੀ ਤੇ ਵੀ ਤੇ ਸਵਰਗ ਦੇ ਵਿੱਚ ਵੀ। ਆਮੀਨ। ਆਮੀਨ। ਹਾਲੇਲੂਇਆ। ਹਾਲੇਲੂਇਆ। ਅਗਰ ਤੁਹਾਡੇ ਕੋਈ ਯਿਸੂ ਮਸੀਹ ਹੈਗਾ ਆ, ਉਹ ਕਹਿੰਦਾ ਮੇਰੇ ਰਾਜ ਨੂੰ ਪਾਲ ਤੇ ਸਾਰੀਆਂ ਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਓਲਡ ਟੈਸਟਮੈਂਟ 'ਚ ਲਿਖਿਆ ਸਾਰੀਆਂ ਬਰਕਤਾਂ ਤੇਰੇ ਪਿੱਛੇ ਪੈ ਕੇ ਤੈਨੂੰ ਮਿਲਣਗੀਆਂ। ਉਹ ਕਹਿੰਦਾ ਮੈਂ ਤੈਨੂੰ ਸਿਰ ਠਹਿਰਾਵਾਂਗਾ, ਤੈਨੂੰ ਪੂਛ ਨਹੀਂ ਠਹਿਰਾਵਾਂਗਾ। ਹਾਲੇਲੂਇਆ। ਲੇਕਿਨ ਪਰਮੇਸ਼ਵਰ ਦੀ ਨੇਚਰ ਆ, ਉਹ ਬਰਕਤ ਦੇ ਕੇ ਬਾਅਦ ਤੁਹਾਨੂੰ ਚੈੱਕ ਵੀ ਜ਼ਰੂਰ ਕਰਦੇ ਆ। ਜਿਹੜੇ ਲੋਕ ਰਾਈਟ ਸਿਲੈਕਸ਼ਨ ਕਰ ਲੈਂਦੇ ਆ, ਸਹੀ ਫੈਸਲਾ ਕਰ ਲੈਂਦੇ ਆ, ਰਾਈਟ ਡਿਸੀਜਨ ਲੈ ਲੈਂਦੇ ਆ, ਉਹਨਾਂ ਦੀਆਂ ਬਰਕਤਾਂ। ਫਿਰ ਅਬਰਾਹਮ ਦਾ ਕੀ, ਇਸਾਕ ਨੂੰ ਬਲੀ ਚੜਾ ਦਿੱਤਾ। ਪਹਿਲੀ ਤਾਂ ਗੱਲ, ਪਰਮੇਸ਼ਰ ਨੇ ਕਦੀ ਇਨਸਾਨ ਦੀ ਬਲੀ ਲਈ ਆ? ਨੋ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਨੇ ਕਦੀ ਵੀ ਇਨਸਾਨ ਦੀ ਬਲੀ ਨਹੀਂ ਲਈ। ਲੇਕਿਨ ਜਿੱਦਾਂ ਅਬਰਾਹਮ ਨੇ ਰਾਈਟ ਸਿਲੈਕਸ਼ਨ ਕਰ ਲਈ, ਅੜਿਆ ਤੇ ਖੜਿਆ ਰਿਹਾ ਵਾ, ਉਸ ਤੋਂ ਬਾਅਦ ਜਿਹੜੀ ਜਦੋਂ ਵੀ ਪਰਮੇਸ਼ਰ ਨੇ ਤੁਹਾਨੂੰ ਅਗਲੇ ਸਤਰ ਦੇ ਉੱਪਰ ਲੈ ਕੇ ਜਾਣਾ, ਪ੍ਰਮੋਸ਼ਨ ਦੇ ਵੱਲ ਲੈ ਕੇ ਜਾਣਾ, ਤੁਹਾਨੂੰ ਤਰੱਕੀ ਦੇ ਵੱਲ ਲੈ ਕੇ ਜਾਣਾ, ਉਸ ਤੋਂ ਪਹਿਲਾਂ ਤੁਹਾਨੂੰ ਇਹ ਚੈੱਕ ਜ਼ਰੂਰ ਕਰਨਾ ਹੈ। ਹਾਲੇਲੂਇਆ। ਅਬਰਾਹਮ ਪਾਸ ਹੋਇਆ ਆਪਣੇ ਟੈਸਟ ਦੇ ਵਿੱਚ। ਅਬਰਾਹਮ ਨੇ ਰਾਈਟ ਸਿਲੈਕਸ਼ਨ ਕੀਤੀ। ਔਰ ਪਰਮੇਸ਼ਰ ਦੀ ਨੇਚਰ ਇਹ ਹੈ ਕਿ ਪਰਮੇਸ਼ਰ ਬਾਈ ਫੋਰਸ ਕਦੇ ਵੀ ਤੁਹਾਡੇ ਤੋਂ ਪਰਮੇਸ਼ਰ ਤੁਹਾਨੂੰ ਆਪਸ਼ਨਲ ਦਿੰਦੇ ਆ, ਤੂੰ ਕੀ ਚੁਣਨਾ ਚੁਣ। ਬਾਈ ਫੋਰਸ ਪਰਮੇਸ਼ਰ ਧੱਕਾ ਕਦੇ ਵੀ ਨਹੀਂ ਕਰਦੇ। ਜੇ ਅਬਰਾਹਮ ਕਹਿੰਦਾ ਨਹੀਂ ਪਰਮੇਸ਼ਰ ਤੂੰ ਕੁਝ ਹੋਰ ਮੰਗ ਲੈ, ਮੈਂ ਫਲਾਨੀ ਸਾਰੀ ਜ਼ਮੀਨ ਤੇਰੇ ਨਾਲ ਲਵਾ ਦਿੰਦਾ ਆ, ਉਹ ਮੈਂ ਸਾਰਾ ਧਨ ਦੌਲਤ ਦਾਨ ਕਰ ਦੇਣਾ, ਲੇਕਿਨ ਸਾਥ ਨਾ ਮੰਗ ਤੂੰ। ਅਬਰਾਹਮ ਨੇ ਕੋਈ ਵੀ ਬਹਾਨਾ ਨਹੀਂ ਲਗਾਇਆ। ਤੇ ਜਦੋਂ ਅਬਰਾਹਮ ਇਸ ਟੈਸਟ, ਇਸ ਚੈਕਿੰਗ ਦੇ ਵਿੱਚੋਂ ਪਾਸ ਹੁੰਦਾ ਆ, ਅੱਗੇ ਪਰਮੇਸ਼ਰ ਕਹਿੰਦੇ ਆ, ਸੋ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦੇਵਾਂਗਾ, ਮੈਂ ਤੈਨੂੰ ਮਲਟੀਪਲਾਈ ਕਰਾਂਗਾ, ਮੈਂ ਤੈਨੂੰ ਇਨਕਰੀਜ਼ ਕਰਾਂਗਾ, ਮੈਂ ਤੇਰੀ ਹੱਦਾਂ ਨੂੰ ਵਧਾ ਦੇਵਾਂਗਾ। ਜਿੱਥੇ ਕਿੱਥੇ ਪਰਮੇਸ਼ਰ ਨੇ ਤੁਹਾਨੂੰ ਵਧਾਉਣਾ ਆ, ਤੁਹਾਨੂੰ ਉੱਪਰ ਲਿਜਾਣਾ ਆ, ਮਹਿਮਾ ਤੁਹਾਡੀ ਲਾਈਫ ਚ ਆਉਣੀ, ਉਸ ਤੋਂ ਪਹਿਲਾਂ ਪਰਮੇਸ਼ਰ ਤੁਹਾਨੂੰ ਚੈੱਕ ਜ਼ਰੂਰ ਕਰਨਾ ਹੈ। ਹਾਲੇਲੂਇਆ। ਹਾਲੇਲੂਇਆ। ਅੜੇ ਤੇ ਖੜੇ ਰਹੀਏ ਪਰਮੇਸ਼ਰ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਕਈ ਵਾਰ ਅਸੀਂ ਇੱਕ ਜੌਬ ਤੇ ਹੁੰਦੇ ਆ ਤੇ ਸਾਨੂੰ ਉਸ ਮਾਲਕ ਦੇ ਡਰ ਤੋਂ ਅਸੀਂ 3600 ਬਹਾਨੇ ਲਵਾਉਨੇ। ਆਪਾਂ ਕਹਿੰਦੇ ਨਹੀਂ ਮੈਂ ਇਦਾਂ ਕਰਨਾ, ਉਦਾਂ। ਸਿੱਧਾ ਕਹੋ ਕਿ ਮੈਂ ਸੰਡੇ ਨੂੰ ਚਰਚ ਜਾਣਾ ਹੈ। ਹਾਲੇਲੂਇਆ। ਹਾਲੇਲੂਇਆ। ਜਿਸ ਪਰਮੇਸ਼ਰ ਦੀ ਆਪਾਂ ਉਪਾਸਨਾ ਕਰਦੇ ਆ, ਆਰਾਧਨਾ ਕਰਦੇ, ਬਿਲੀਵ ਕਰਦੇ ਆ, ਉਹ ਪਰਮੇਸ਼ਰ ਆਮ ਪਰਮੇਸ਼ਰ ਨਹੀਂਗਾ। ਉਹ ਪਰਮੇਸ਼ਰ ਵਿਚਾਰਾ ਔਰ ਗਰੀਬ ਪਰਮੇਸ਼ਰ ਨਹੀਂਗਾ। ਹਾਲੇਲੂਇਆ। ਲਫ਼ਜ਼ਾਂ ਦੱਸ ਦਿੰਦੇ ਕਿ ਸਾਇੰਟਿਸਟ ਨੇ ਐਸੇ ਗ੍ਰਹਿ ਖੋਜ ਕੱਢੇ ਆ ਕਿ ਉਹ ਸਾਰੇ ਹੀਰਿਆਂ ਦੇ
ਬਣੇ ਹੋਏ ਆ। ਜੇ ਇੱਕ ਗ੍ਰਹਿ ਨੂੰ ਵੇਖ ਦਿੱਤਾ ਜਾਵੇ ਤੇ ਡਾਲਰਾਂ ਦੀਆਂ, ਅਮਰੀਕਨ ਡਾਲਰ ਦੀਆਂ ਇੰਨੀਆਂ ਕੁ ਸਦੀਆਂ ਲੱਗਣਗੀਆਂ ਕਿ ਉਹ ਆਕਾਸ਼ ਤੱਕ ਪਹੁੰਚ ਜਾਣਗੀਆਂ। ਇੱਕ ਗ੍ਰਹਿ, ਹਾਲੇਲੂਇਆ। ਉਹ ਜਿਹੜਾ ਵੀ ਸ਼ਹਿਰ ਤੁਹਾਡੇ ਲਈ ਤਿਆਰ ਕੀਤਾ ਵਾ, ਉੱਥੇ ਸੋਨੇ ਦੀਆਂ ਸੜਕਾਂ, ਹਾਲੇਲੂਇਆ। ਜਿਹੜੇ ਘਰ ਬਣਾਏ ਹੋਏ ਉਹ ਹੀਰੇ ਮੋਤੀਆਂ ਦੇ ਬਣਾਏ ਹੋਏ ਆ, ਹਾਲੇਲੂਇਆ। ਅਸੀਂ ਕਹਿੰਦੇ ਅੱਜ 20 ਯੂਰੋ ਸਾਨੂੰ ਵਾਧੂ ਮਿਲਣੇ ਆ ਤੇ ਮੈਂ ਪਰਮੇਸ਼ਰ ਦਾ ਇਨਕਾਰ ਕਰ ਦਵਾਂ, ਹਾਲੇਲੂਇਆ। ਜਦੋਂ ਤੁਸੀਂ ਡਿਸੀਜਨ ਲੈਣੇ ਨਾ, ਰਾਈਟ ਫੈਸਲਾ, ਸਹੀ ਫੈਸਲਾ ਲੈਣੇ ਪਰਮੇਸ਼ਰ ਦੇ ਚੱਲਦੇ, ਤੁਸੀਂ ਦੇਖਦੇ ਆ ਪਰਮੇਸ਼ਰ ਤੁਹਾਨੂੰ ਕਿਸ ਰੀਤੀ ਦੇ ਨਾਲ ਬਲੈਸ ਕਰਦੀ ਹੈ। ਆਮੀਨ, ਆਮੀਨ। ਮੈਂ ਕਿਹਾ ਪਰਮੇਸ਼ਰ ਤੁਹਾਨੂੰ ਬਿਜ਼ਨਸ ਦੇਣਾ, ਉਹਨੇ ਬਲੈਸ ਕਰਨਾ, ਉਹਨੇ ਇੰਨਾ ਫਲਵੰਤ ਕਰਨਾ, ਉਹਦੇ ਵਿੱਚ ਹੀ ਤੁਹਾਡਾ ਟੈਸਟ ਹੋ ਜਾਣਾ ਆ। ਉਹ ਇੰਨਾ ਕੁ ਜ਼ਿਆਦਾ ਚੱਲਣ ਲੱਗ ਪਿਆ ਵਾ, ਉਹ ਰੈਸਟੋਰੈਂਟ, ਉਹ ਤੁਹਾਡੀ ਸ਼ਾਪ ਇੰਨੀ ਕੁ ਜ਼ਿਆਦਾ ਚੱਲਣ ਲੱਗ ਪਈ ਆ ਤੇ ਗਾਹਕ ਕਹਿੰਦੇ ਆ ਤੂੰ ਇੱਕ ਵੀ ਛੁੱਟੀ ਨਾ ਕਰ, ਅਸੀਂ ਸੰਡੇ ਵੀ ਆਉਣਾ ਆ। ਲੇਕਿਨ ਉਹੀ ਤੁਹਾਡਾ ਟੈਸਟ ਆ, ਉਹੀ ਤੁਹਾਡੀ ਚੈਕਿੰਗ ਆ, ਹਾਲੇਲੂਇਆ। ਜੇ ਤੁਸੀਂ ਯਾਦ ਰੱਖਦੇ ਆ ਕਿ ਨਹੀਂ ਸੰਡੇ ਮੈਂ ਪਰਮੇਸ਼ਰ ਦੇ ਘਰ ਦੇ ਵਿੱਚ ਜਾਣਾ ਆ, ਚਾਹੇ ਡਬਲ ਸੇਲ ਹੋਵੇ, ਲੇਕਿਨ ਸੰਡੇ ਮੇਰਾ ਕੰਮ, ਜਿਹੜਾ ਮੇਰਾ ਬਿਜ਼ਨਸ ਆ, ਮੇਰੀ ਸ਼ਾਪ ਬੰਦ ਰਹੇਗੀ, ਹਾਲੇਲੂਇਆ। ਤੇ ਤੁਸੀਂ ਦੇਖਦੇ ਆ ਤੁਹਾਡੇ ਬਾਕੀ ਦੇ ਵਿੱਚ, ਬਾਕੀ ਦੇ ਦਿਨਾਂ ਵਿੱਚ ਇੰਨਾ ਤੁਹਾਨੂੰ ਬਲੈਸ ਕਰਦਾ ਆ ਕਿ ਦੂਸਰੇ ਲੋਕ ਤੁਹਾਡਾ ਮੁਕਾਬਲਾ ਵੀ ਕਰ ਨਹੀਂ ਪਾਉਂਦੇ। ਆਮੀਨ, ਹਾਲੇਲੂਇਆ, ਥੈਂਕ ਯੂ ਜੀਸਸ। ਜੋ ਦਾਨੀਅਲ ਨਬੀ ਸੀ, ਜਿਹੜਾ ਖੁਦਾ ਦਾ ਬੰਦਾ ਦਾਨੀਅਲ ਹੋਇਆ ਬਾਈਬਲ ਦੇ ਵਿੱਚ, ਬਾਈਬਲ ਦੱਸਦੀ ਹੈ ਕਿ ਉਹ ਆਪਣੇ ਜਿਸ ਰਾਜ ਦੇ ਵਿੱਚ ਸੀ, ਰਾਜਾ ਦਾਰਾ ਦੇ ਰਾਜ ਦੇ ਵਿੱਚ ਰਹਿੰਦਾ ਸੀ। ਰਾਜਾ ਦਾਰਾ ਨੇ ਜਿਹੜੇ ਉਹਦੇ 3 ਪ੍ਰਧਾਨ ਸੀ ਰਾਜੇ ਤੋਂ ਥੱਲੇ, ਉਹਨਾਂ ਪ੍ਰਧਾਨਾਂ ਵਿੱਚੋਂ ਇੱਕ ਪ੍ਰਧਾਨ ਦਾਨੀਅਲ ਸੀ, ਪਰਮੇਸ਼ਵਰ ਨੂੰ ਮੰਨਣ ਵਾਲਾ ਇਨਸਾਨ, ਕਿਉਂਕਿ ਉਹਦੇ ਵਿੱਚ ਪਰਮੇਸ਼ਵਰ ਦੀ ਬੁੱਧੀ ਸੀ। ਐਡੀ ਵੱਡੀ ਪੋਜੀਸ਼ਨ, ਐਡਾ ਵੱਡਾ ਰੈਂਕ ਉਹਨੂੰ ਮਿਲਿਆ ਹੋਇਆ ਸੀਗਾ ਉਸ ਰਾਜ ਦੇ ਵਿੱਚ। ਤੇ ਜਿਹੜੇ ਉਹਨਾਂ ਜੈਲਸ ਕਰਨ ਵਾਲੇ ਲੋਕ ਸੀਗੇ, ਉਹਨਾਂ ਨੇ ਕਿਹਾ ਕਿ ਰਾਜੇ ਨੂੰ ਕਿਹਾ ਕਿ ਹੁਕਮ ਕੱਢ ਕੇ ਇਹ 30 ਦਿਨਾਂ ਦੇ ਵਿੱਚ ਤੇਰੇ ਤੋਂ ਬਿਨਾ ਕੋਈ ਵੀ ਕਿਸੇ ਦੇ ਅੱਗੇ ਪ੍ਰਾਰਥਨਾ ਨਾ ਕਰੇ, ਕਿਸੇ ਦੇ ਅੱਗੇ ਕੋਈ ਝੁਕੇ ਨਾ। ਬਾਈਬਲ ਚ ਲਿਖਿਆ ਦਾਨੀਅਲ ਨੂੰ ਜਦੋਂ ਇਹ ਖਬਰ ਪਤਾ ਲੱਗੀ, ਦਾਨੀਅਲ ਪਹਿਲਾਂ ਵਾਂਗੂ ਹੀ ਗਿਆ, ਆਪਣੇ ਘਰ ਦੇ ਵਿੱਚ ਗਿਆ, ਖਿੜਕੀ ਖੋਲੀ, ਯਰੂਸ਼ਲਮ ਦੀ ਵੱਲ ਮੂੰਹ ਕਰਕੇ ਦਿਨ ਵਿੱਚ 3 ਵਾਰੀ ਉੱਚੀ ਉੱਚੀ ਪ੍ਰਾਰਥਨਾ ਕਰਨ ਲੱਗਾ, ਹਾਲੇਲੂਇਆ। ਜਦੋਂ ਇਹ ਖਬਰ ਰਾਜੇ ਕੋਲ ਪਹੁੰਚਦੀ ਹੈ ਕਿ ਲੋਕ ਜਾ ਕੇ ਕਹਿੰਦੇ ਕਿ ਦਾਨੀਅਲ ਤੇਰੀ ਗੱਲ ਨਹੀਂ ਮੰਨਦਾ ਰਾਜਾ। ਗੌਰ ਕਰੀਏ, ਉਹ ਪੋਜੀਸ਼ਨ ਜਿਹੜੀ ਦਾਨੀਅਲ ਨੂੰ ਉਸ ਰਾਜ ਦੇ ਵਿੱਚ ਮਿਲੀ ਸੀ, ਉਹ ਕਿਹਦੇ ਦੁਆਰਾ ਮਿਲੀ ਸੀ? ਰਾਜੇ ਦੇ ਦੁਆਰਾ। ਤਾਂ ਹੁਣ ਇਹ ਹੁਕਮ ਕਿਹਦਾ ਸੀਗਾ ਕਿ ਕਿਸੇ ਦੇ ਅੱਗੇ ਝੁਕਣਾ ਨਹੀਂ? ਰਾਜੇ ਦਾ। ਹੁਣ ਹਾਲਾਤ ਪੈਦਾ ਹੋ ਗਿਆ ਨਾ, ਥੋੜਾ ਜਿਹਾ ਕੰਪਰੋਮਾਈਜ਼ ਮੈਂ ਕਰ ਲਵਾਂ ਆਪਣੀ ਸਪਿਰਚੁਅਲ ਲਾਈਫ ਨਾਲ, ਯਾਰ ਇਹਦੇ ਦੁਆਰਾ ਤਾਂ ਮੈਨੂੰ ਏਡੀ ਪੋਜੀਸ਼ਨ ਮਿਲੀ ਆ, ਚਲ ਕੋਈ ਨਹੀਂ, ਮੈਂ ਖਿੜਕੀ ਬੰਦ ਕਰਕੇ ਪ੍ਰਾਰਥਨਾ ਕਰ ਲੈਣਾ, ਥੋੜੀ ਜਿਹੀ ਹੌਲੀ ਆਵਾਜ਼ 'ਚ ਪ੍ਰਾਰਥਨਾ ਕਰ ਲੈਣਾ, ਜਾਂ ਮੈਂ ਚੱਲ ਮਹੀਨਾ ਰਹਿਣ ਹੀ ਦਿੰਦਾ, ਐਡੀ ਪੋਜੀਸ਼ਨ ਮਿਲੀ ਬਚੀ ਰਹੂਗੀ। ਉਹਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਹਨੇ ਬਰਕਤ ਨੂੰ ਨਹੀਂ ਚੁਣਿਆ, ਬਲਕਿ ਬਰਕਤ ਦੇਣ ਵਾਲੇ ਨੂੰ ਚੁਣਿਆ, ਹਾਲੇਲੂਇਆ, ਹਾਲੇਲੂਇਆ। ਜਦੋਂ ਉਹਨੇ ਸਟੈਪ ਲਿਆ, ਉਹਨੇ ਰਾਈਟ ਸਹੀ ਫੈਸਲਾ ਲਿਆ, ਕਿ ਉਹ ਆਪਣੀ ਪੋਜੀਸ਼ਨ ਤੋਂ ਡਿੱਗ ਗਿਆ ਜਾਂ ਕਿ ਉਹ ਮਰ ਗਿਆ, ਉਹ ਕੁਛ ਵੀ ਨਹੀਂ ਹੋਇਆ, ਹਾਲੇਲੂਇਆ। ਜਿੱਦਾਂ ਮੈਂ ਕਿਹਾ, ਸ਼ੇਰਾਂ ਦੇ ਘੁਰਨੇ 'ਚ ਗਿਆ ਜ਼ਰੂਰ, ਲੇਕਿਨ ਸ਼ੇਰ ਉਹਨੂੰ ਟੱਚ ਵੀ ਕਰ ਨਹੀਂ ਪਾਏ। ਤੂੰ ਨਦੀਆਂ ਵਿਅਕਤੀ ਲੰਘੇਗਾ, ਉਹ ਤੈਨੂੰ ਡੋਬਣਗੀਆਂ ਨਹੀਂ, ਅੱਗ ਵਿਅਕਤੀ ਲੰਘੇਗਾ, ਉਹ ਤੈਨੂੰ ਸਾੜੇਗੀ ਨਹੀਂ, ਹਾਲੇਲੂਇਆ। ਲੇਕਿਨ ਇੰਪੋਰਟੈਂਟ ਇਹ ਹੈ ਤੁਸੀਂ ਕੀ ਚੁਣਦੇ ਆ। ਉਹਦੀਆਂ ਬਰਕਤਾਂ ਜਿਹੜੀਆਂ ਨੇ ਦਿੱਤੀਆਂ, ਉਹਨੂੰ ਪਹਿਲਾ ਸਥਾਨ ਦਿੰਦੇਗਾ, ਬਰਕਤ ਦੇਣ ਵਾਲੇ ਨੂੰ। ਚੰਗਿਆਈ ਨੂੰ ਪਹਿਲਾ ਸਥਾਨ ਦਿੰਦੇਗਾ, ਚੰਗਾ ਕਰਨ ਵਾਲੇ ਨੂੰ, ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਚੰਗਿਆਈ ਚੁਣੀ ਆ, ਉਹ ਚੰਗਿਆਈ ਜਾ ਵੀ ਸਕਦੀ ਹੈ। ਫਿਰ ਚੰਗਿਆਈ ਨੂੰ ਲੈ ਕੇ ਚੰਗਾ ਕਰਨ ਵਾਲੇ ਨੂੰ ਭੁੱਲ ਗਏ ਵਾ, ਤੇ ਉਹ ਇੱਕ ਰਿਸਕ ਦੇ ਵਿੱਚ ਆ, ਉਹ ਕਦੋਂ ਫਿਰ ਚੰਗਿਆਈ ਜਾ ਵੀ ਸਕਦੀ ਆ। ਚੰਗਿਆਈ ਲੈ ਕੇ ਚੰਗਾ ਕਰਨ ਵਾਲਾ ਤੁਹਾਡੇ ਨਾਲ ਵਾ, ਉਹ ਚੰਗਿਆਈ ਪਰਮਾਨੈਂਟ ਆ, ਹਾਲੇਲੂਇਆ, ਹਾਲੇਲੂਇਆ। ਬਰਕਤ ਲੈ ਕੇ ਬਰਕਤ ਦੇਣ ਵਾਲਾ ਵੀ ਤੁਹਾਡੇ ਨਾਲ ਆ, ਤੇ ਬਰਕਤ ਪਰਮਾਨੈਂਟ ਆ, ਆਮੀਨ, ਆਮੀਨ, ਹਾਲੇਲੂਇਆ। ਅਸੀਂ ਤਾਂ ਅੱਜ ਪਰਮੇਸ਼ਰ ਨੂੰ ਪਹਿਲਾ ਸਥਾਨ ਦਈਏ। ਕੋਈ ਵੀ ਆਸ਼, ਕੋਈ ਵੀ ਬਰਕਤ ਪਰਮੇਸ਼ਵਰ ਦਿੰਦੇ ਆ, ਉਹ ਬਰਕਤ ਤੁਹਾਡੇ ਤੇ ਇੰਨੀ ਜ਼ਿਆਦਾ ਹੈਵੀ ਨਾ ਹੋਵੇ ਕਿ ਤੁਸੀਂ ਪਰਮੇਸ਼ਵਰ ਨੂੰ ਵੀ ਭੁੱਲ ਜਾਓ, ਤੁਸੀਂ ਪਰਮੇਸ਼ਵਰ ਨੂੰ ਵੀ ਇਗਨੋਰ ਕਰਨਾ ਸ਼ੁਰੂ ਕਰ ਦਿਓ। ਫਿਰ ਪਰਮੇਸ਼ਵਰ ਨਹੀਂ ਸੋਚਦਾ ਹੋਵੇਗਾ, ਯਾਰ ਜਦੋਂ ਇਹ ਬਿਮਾਰ ਸੀ, ਜਾਂ ਇਹ ਕੋਈ ਕੰਮ ਹੈ ਨਹੀਂ ਸੀ, ਕੋਈ ਜੌਬ ਹੈ ਨਹੀਂ ਸੀ, ਕੋਈ ਬਿਜ਼ਨਸ ਹੈ ਨਹੀਂ ਸੀ, ਉਦੋਂ ਬੜੀ ਪ੍ਰਾਰਥਨਾ ਕਰਦਾ ਸੀ, ਉਦੋਂ ਹੀ ਸੈੱਟ ਸੀਗਾ ਇਹ।
ਕੀ ਪਰਮੇਸ਼ਰ ਸੋਚਦਾ ਨਹੀਂ ਹੋਵੇਗਾ ਫਿਰ ਇਦਾਂ? ਤੇ ਚਾਹੀਦਾ ਇਦਾਂ ਨਹੀਂਗਾ ਜੇ ਤੁਸੀਂ ਜਦੋਂ ਕੰਮ ਤੋਂ ਜਦੋਂ ਤੁਹਾਡੇ ਕੋਲ ਜੌਬ ਜਾਂ ਬਿਜ਼ਨਸ ਨਹੀਂ ਸੀ ਤੁਸੀਂ ਅੱਧਾ ਘੰਟਾ ਪ੍ਰਾਰਥਨਾ ਕਰਦੇ ਸੀ, ਜਿੱਦਣ ਬਿਜ਼ਨਸ ਮਿਲ ਗਿਆ ਉਦੋਂ ਘੰਟਾ ਕਰੋ। ਹਾਲੇਲੂਇਆ 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 ਹਾਲੇਲੂਇਆ। ਸਾਡੇ ਕੋਲ ਬਹਾਨੇ ਹੁੰਦੇ ਕਿ ਨਹੀਂ ਮੈਂ ਕਿਦੋਂ ਕਰਾਂ, ਮੈਂ ਇੰਨੇ ਘੰਟੇ ਕੰਮ ਕਰਦਾ, ਮੈਂ ਓਵਰ ਟਾਈਮ ਕਰਦਾ। ਓਵਰ ਟਾਈਮ ਨਾ ਲਾਓ। ਜੇ ਨਹੀਂ ਤਾਂ ਜੇ ਓਵਰ ਟਾਈਮ ਤੁਹਾਡੀ ਪ੍ਰੋਬਲਮ ਆ ਪ੍ਰੇਅਰ ਨੂੰ ਕਰਨ ਦੇ ਵਿੱਚ, ਓਵਰ ਟਾਈਮ ਨਾ ਲਾਓ। ਹਾਲੇਲੂਇਆ ਹਾਲੇਲੂਇਆ। ਮੈਂ ਇਹ ਨਹੀਂ ਕਹਿੰਦਾ ਤੁਸੀਂ ਨਾ ਲਾਓ, ਲੇਕਿਨ ਇਹ ਐਕਸਕਿਊਜ਼ ਨਾ ਹੋਵੇ ਕਿ ਮੇਰੇ ਕੋਲ ਪ੍ਰੇਅਰ ਦਾ ਇਸ ਲਈ ਸਮਾਂ ਨਹੀਂ ਨਿਕਲਦਾ। ਹਾਲੇਲੂਇਆ ਹਾਲੇਲੂਇਆ। ਦਾਊਦ ਰਾਜਾ ਦਿਨ ਦੇ ਵਿੱਚ 7 ਵਾਰੀ ਪ੍ਰਾਰਥਨਾ, 7 ਵਾਰੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਜਾਂਦਾ ਸੀ। ਤੋ ਇੱਕ ਘਰ ਨੂੰ ਨਹੀਂ ਸੀ ਚਲਾਉਂਦਾ, ਬਲਕਿ ਇੱਕ ਪੂਰੀ ਕੰਟਰੀ ਨੂੰ ਚਲਾਉਂਦਾ ਸੀ। ਹਾਲੇਲੂਇਆ। ਇੱਕ ਪੂਰੀ ਕੌਮ ਦੀ ਅਗਵਾਈ ਕਰਦਾ ਸੀ। ਉਹ ਇੰਨੇ ਲੋਕਾਂ ਦਾ, ਹਜ਼ਾਰਾਂ ਲੱਖਾਂ ਲੋਕਾਂ ਦੀ ਅਗਵਾਈ ਕਰਨ ਵਾਲਾ ਇਨਸਾਨ ਦਿਨ ਵਿੱਚ 7 ਵਾਰੀ ਪ੍ਰਾਰਥਨਾ ਕਰਦਾ, ਤੇ ਆਪਣਾ ਇੱਕ ਬੀਵੀ ਹੁੰਦੀ, 2 ਬੱਚੇ ਹੁੰਦੇ। ਆਪਾਂ ਕਹਿੰਦੇ ਸਾਡੇ ਕੋਲ ਪ੍ਰੇਅਰ ਦਾ ਹੀ ਟਾਈਮ ਹੈ ਨਹੀਂਗਾ। ਹਾਲੇਲੂਇਆ 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 ਹਾਲੇਲੂਇਆ। ਬਾਨੇ ਕਿੰਨੇ ਮਰਜ਼ੀ ਕਰ ਲੋ, ਖੁਦਾ ਦੇ ਦਾਸ ਨੇ ਵਰਡ ਦਿੱਤਾ ਨਾ ਕਿ ਦੋ ਸੈਕਸ਼ਨਸ ਦੇ ਵਿੱਚ ਉਹਨਾਂ ਨੇ ਵਰਡ ਦਿੱਤਾ ਕਿ ਸਰੀਰ ਆਤਮਾ ਦੇ ਵਿਰੁੱਧ ਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਆ। ਸਰੀਰ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਵੋ। ਹਾਲੇਲੂਇਆ। ਸਰੀਰ ਦੇ ਕੰਮਾਂ ਨੂੰ ਨਾਸ਼ ਕਰ ਦਿਵੋ। ਤੁਸੀਂ ਦੇਖੋਗੇ ਪਰਮੇਸ਼ਰ ਤੁਹਾਨੂੰ ਕਿਸ ਰੀਤੀ ਦੇ ਨਾਲ ਉੱਚਾ ਕਰਦੇ ਆ। ਜਦੋਂ ਹੰਨਾ ਨੇ ਕਮਿਟਮੈਂਟ ਕੀਤਾ ਕਿ ਪਰਮੇਸ਼ਰ ਇੱਕ ਪੁੱਤਰ ਦੇ, ਮੈਨੂੰ ਇੱਕ ਬੱਚਾ ਦੇ, ਉਹ ਜਿੰਨਾ ਚਿਰ ਜਿਉਂਦਾ ਰਹੇਗਾ ਤੇਰੇ ਹੀ ਘਰ ਦੇ ਵਿੱਚ ਰਹੇਗਾ। ਹੁਣ ਪਰਮੇਸ਼ਰ ਨੂੰ ਨਬੀ ਚਾਹੀਦਾ ਸੀ। ਅੱਛਾ, ਪਰਮੇਸ਼ਰ ਦੀ ਪ੍ਰਾਰਥਨਾ ਨੂੰ ਸੁਣਿਆ, ਬੱਚਾ ਪੈਦਾ ਹੋ ਗਿਆ, ਸੈਮੂਅਲ ਨਾਮ ਰੱਖਿਆ ਗਿਆ, ਜਿਹੜਾ ਅੱਗੇ ਜਾ ਕੇ ਨਬੀ ਬਣਦਾ ਵਾ। ਕੀ ਹੁਣ ਹੰਨਾ ਦੀ ਮਮਤਾ, ਕਿਉਂਕਿ ਉਸ ਤੋਂ ਇਲਾਵਾ ਕੋਈ ਹੁਣ ਬੱਚਾ ਵੀ ਹੈ ਨਹੀਂ ਹੋਰ, ਉਹ ਹੀ ਇੱਕੋ ਹੀ ਇੱਕ ਲੌਤਾ ਹੀ ਆ ਉਹ ਵੀ। ਹਾਲੇਲੂਇਆ। ਲੇਕਿਨ ਉਹਨੇ ਉਹ ਬੱਚਾ ਦੇਣ ਵਾਲੇ ਨਾਲ ਇੱਕ ਵਾਅਦਾ ਕੀਤਾ ਸੀਗਾ, ਉਹ ਬਰਕਤ ਦੇਣ ਵਾਲੇ ਨਾਲ ਇੱਕ ਵਾਅਦਾ ਕੀਤਾ ਸੀ, ਜਿੰਨਾ ਚਿਰ ਰਹੇਗਾ, ਜੇ ਤੂੰ ਦਵੇਂਗਾ ਤੇ ਤੇਰੇ ਹੀ ਘਰ ਦੇ ਵਿੱਚ ਰਹੇਗਾ। ਹਾਲੇਲੂਇਆ। ਹੰਨਾ ਦਾ ਸੈਮੂਅਲ ਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਛੱਡ ਆਉਣਾ ਇਸ ਚੀਜ਼ ਦੀ ਗਵਾਹੀ ਦਿੰਦਾ ਆ ਕਿ ਉਹਨੇ ਪਰਮੇਸ਼ਵਰ ਨੂੰ ਪਹਿਲਾ ਸਥਾਨ ਦਿੱਤਾ। ਉਹਨੇ ਬਰਕਤ ਦੇਣ ਵਾਲੇ ਨੂੰ ਯਾਦ ਰੱਖਿਆ। ਤੇ ਪਰਮੇਸ਼ਵਰ ਨੇ ਕੀ ਕੀਤਾ? ਹਾਲੇਲੂਇਆ। ਉਹਦੇ ਹੋਰ ਪੁੱਤਰ ਤੇ ਧੀਆਂ ਦਿੱਤੇ ਉਹਨੂੰ। ਹਾਲੇਲੂਇਆ। ਤੇ ਉਹ ਬੱਚਾ ਸੈਮੂਅਲ ਜਿਹੜਾ ਉਹਨੇ ਪਰਮੇਸ਼ਵਰ ਦੇ ਘਰ ਦੇ ਵਿੱਚ ਛੱਡਿਆ, ਕਿ ਉਹਨੇ ਨਾਰਮਲ ਜ਼ਿੰਦਗੀ ਗੁਜ਼ਾਰੀ, ਏਡੀ ਵੱਡੀ ਮਹਿਮਾ ਉਹਦੀ ਲਾਈਫ ਦੇ ਵਿੱਚ ਆਈ। ਅੱਜ ਅਗਰ ਹੰਨਾ ਨੂੰ ਯਾਦ ਕੀਤਾ ਜਾਂਦਾ ਤਾਂ ਸੈਮੂਅਲ ਦਾ ਕਰਕੇ ਹੀ ਕੀਤਾ ਜਾਂਦਾ ਆ। ਹਾਲੇਲੂਇਆ। ਮੈਂ ਕਹਿੰਦਾ ਜਿਹੜਾ ਸੈਮੂਅਲ ਦਾ ਰੁਤਬਾ, ਸੈਮੂਅਲ ਦਾ ਦਰਜਾ, ਉਹਦੀ ਪੋਜੀਸ਼ਨ ਜਾਂ ਉਹਦੀ ਮਹਿਮਾ ਵਾ ਕਿ ਦੂਸਰੇ ਬੱਚੇ ਦਾ ਕਿਸੇ ਦਾ ਨਾ ਪਤਾ, ਪਰ ਜਿਹੜੇ ਬਾਕੀ ਦੇ ਬੱਚੇ ਪੈਦਾ ਹੋਏ ਸੀਗੇ ਹੰਨਾ ਦੇ ਬਾਅਦ ਵਿੱਚ, ਨਾ ਪਰ ਕਿਸੇ ਦਾ ਨਾ ਪਤਾ, ਨਾ ਉਹਦਾ ਕੋਈ ਹੋਰ ਰਿਕਾਰਡ ਬਾਈਬਲ ਦੇ ਵਿੱਚ ਮਿਲਦਾ ਹੈ। ਹਾਲੇਲੂਇਆ। ਮੀਨਸ ਕਿ ਜਿਹੜਾ ਦੇ ਵੀ ਦਿੱਤਾ ਸੀਗਾ ਉਹ ਵੀ ਸੁਪਰ ਬਲੈਸਡ। ਆਮੀਨ। ਹਾਲੇਲੂਇਆ। ਅਸੀਂ ਜੋ ਪਰਮੇਸ਼ਰ ਜਦੋਂ ਵੀ ਤੁਹਾਡੇ ਕੋਲ ਕੁਝ ਮੰਗਦੇ ਆ, ਪਰਮੇਸ਼ਰ ਨੂੰ ਕਿਸੇ ਚੀਜ਼ ਦੀ ਕਮੀ ਤੇ ਘਟੀ ਨਹੀਂ, ਕਿਸੇ ਵੀ ਚੀਜ਼ ਦੀ, ਕਿਸੇ ਵੀ ਚੀਜ਼ ਦੀ। ਉਹ ਜਦੋਂ ਵੀ ਯਾਦ ਰੱਖੋ, ਜਦੋਂ ਵੀ ਕੁਝ ਮੰਗੇ ਉਹ ਤੁਹਾਡੇ ਹੀ ਫਾਇਦੇ ਲਈ ਹੋਣਾ, ਤੁਹਾਨੂੰ ਹੀ ਮਲਟੀਪਲਾਈ ਕਰਨ ਦੇ ਲਈ, ਤੁਹਾਨੂੰ ਹੀ ਇਨਕਰੀਜ਼ ਕਰਨ ਦੇ ਲਈ, ਤੁਹਾਨੂੰ ਹੀ ਵਧਾਉਣ ਦੇ ਲਈ ਉਹ ਹੋਣਾ ਆ। ਜਿੱਦਾਂ ਅਬਰਾਹਮ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ, ਆਪਣੇ ਪੁੱਤਰ ਨੂੰ ਦੇ ਦਿੱਤਾ, ਪਰਮੇਸ਼ਰ ਨੇ ਕਿਹਾ ਇਹਨੂੰ ਕੁਝ ਵੀ ਨੁਕਸਾਨ ਨਾ ਪਹੁੰਚਾਓ, ਮੈਂ ਜਾਣ ਲਿਆ ਵਾ। ਮੈਂ ਪਹਿਲਾਂ ਕਹਿ ਕੇ ਪਰਮੇਸ਼ਰ ਜਾਣਦੇ, ਇਹਦਾ ਮਤਲਬ ਇਹ ਨਹੀਂ ਕਿ ਜਦੋਂ ਅਬਰਾਹਮ ਨੇ ਘਰ ਛੱਡਿਆ, ਆਪਣੇ ਪਰਿਵਾਰ ਨੂੰ ਛੱਡਿਆ, ਆਪਣੇ ਨਗਰ ਨੂੰ ਛੱਡਿਆ, ਇੱਧਰ ਉੱਧਰ ਪਰਮੇਸ਼ਰ ਦੇ ਕਹਿਣ ਤੇ ਫਿਰ ਰਿਹਾ। ਪਰਮੇਸ਼ਰ ਨੂੰ ਪਤਾ ਸੀ ਕਿ ਇਹ ਮੇਰਾ ਆਗਿਆਕਾਰ ਆ, ਲੇਕਿਨ ਜਿੱਥੇ ਕਿੱਥੇ ਪਰਮੇਸ਼ਰ ਤੁਹਾਨੂੰ ਪ੍ਰਮੋਟ ਕਰਨਾ, ਤੁਹਾਡੀ ਪ੍ਰਮੋਸ਼ਨ ਕਰਨੀ, ਤੁਹਾਨੂੰ ਤਰੱਕੀ ਦੇਣੀ, ਉਦੋਂ ਪਹਿਲਾਂ ਚੈੱਕ ਜ਼ਰੂਰ ਕਰਨਾ ਹੈ। ਹਾਲੇਲੂਇਆ। ਤੇ ਕਿੱਡਾ ਵੱਡਾ ਇਮਤਿਹਾਨ, ਓਡੀ ਵੱਡੀ ਟੈਸਟਮਨੀ ਹੁੰਦੀ ਆ। ਜਿੱਡਾ ਵੱਡਾ ਤੁਹਾਡਾ ਐਗਜ਼ਾਮ ਹੁੰਦਾ, ਓਡੀ ਵੱਡੀ ਬਲੇਸਿੰਗ ਹੁੰਦੀ ਆ। ਆਮੀਨ। ਅਬਰਾਹਮ ਨੇ ਇੱਕ ਟੈਸਟ ਪਾਸ ਕੀਤਾ, ਫਿਰ ਪਰਮੇਸ਼ਰ ਨੇ ਵਾਅਦਾ ਕੀਤਾ ਕਿ ਮੈਂ ਤੈਨੂੰ ਇੰਨੀਆਂ ਬਰਕਤਾਂ ਦਿਆਂਗਾ, ਬਰਕਤਾਂ ਤੇ ਬਰਕਤਾਂ ਮਲਟੀਪਲਾਈ ਕਰਾਂਗਾ, ਤੇਰੀ ਅੰਸ਼ ਦੇ ਵਿੱਚੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਅੱਜ ਤੁਸੀਂ ਜਾਣਦੇ ਆ ਅਬਰਾਹਮ ਦੀ ਅੰਸ਼ ਇਜ਼ਰਾਈਲ ਦੁਨੀਆ ਦੇ ਲਈ ਬਰਕਤ ਦਾ ਕਾਰਨ ਵਾ। ਹਾਲੇਲੂਇਆ। ਜਿੰਨੀ ਟੈਕਨੋਲੋਜੀ ਆ, ਚਾਹੇ ਹਥਿਆਰ ਵਾ, ਚਾਹੇ ਐਗਰੀਕਲਚਰ ਆ, ਸਭ ਤੋਂ ਬੈਸਟ ਇਜ਼ਰਾਈਲ ਦੀ ਆ। ਹਾਲੇਲੂਇਆ। ਪਿਛਲੇ ਤੁਸੀਂ ਵੀਡੀਓਜ਼ ਵੀ ਦੇਖੇ ਹੋਣੇ, ਸਭ ਤੋਂ ਪਹਿਲਾਂ ਜਿਹੜਾ ਮੋਬਾਈਲ ਫੋਨ ਸੀ ਉਹ ਵੀ ਇਜ਼ਰਾਈਲ ਨੇ ਹੀ ਬਣਾਇਆ ਸੀ।
ਹਾਲੇਲੂਇਆ। ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ, ਇਹ ਦੁਨਿਆਵੀ ਬਰਕਤਾਂ ਦੀ ਮੈਂ ਗੱਲ ਕਰ ਰਿਹਾ ਹਾਂ। ਐਗਰੀਕਲਚਰ ਦੀ ਟੈਕਨੋਲੋਜੀ, ਹਥਿਆਰਾਂ ਦੀ ਗੱਲ ਕਰ ਲਓ, ਪਲੇਨਸ ਦੀ ਗੱਲ ਕਰ ਲਓ, ਹਾਲੇਲੂਇਆ। ਉਹ ਕੰਟਰੀ ਵੀ ਐਂਟੀ ਮਿਜ਼ਾਈਲ, ਹਾਲੇਲੂਇਆ। ਲੇਕਿਨ ਸਭ ਤੋਂ ਵੱਡੀ ਸਲਵੇਸ਼ਨ ਜਿਹੜੀ ਪੂਰੇ ਜਗਤ ਦੀ ਗੈਰ ਕੌਮਾਂ ਦੀ, ਸਾਡੀ ਸਾਰਿਆਂ ਦੀ, ਜਿਹੜੇ ਪਰਮੇਸ਼ਰ ਨੂੰ ਜਾਣਦੇ ਵੀ ਨਹੀਂ ਸੀ, ਉਹ ਵੀ ਅਬਰਾਹਮ ਦੇ ਅੰਸ਼ ਦੇ ਦੁਆਰਾ ਹੀ ਯਿਸੂ ਮਸੀਹ ਇਸ ਧਰਤੀ ਦੇ ਉੱਤੇ ਆਏ। ਧਰਤੀ ਦੀਆਂ ਸਾਰੀਆਂ ਕੌਮਾਂ ਤੇਰੀ ਅੰਸ਼ ਦੇ ਦੁਆਰਾ ਬਰਕਤ ਪਾਉਣਗੀਆਂ, ਹਾਲੇਲੂਇਆ। ਜੈਸੇ ਅੱਜ ਪਰਮੇਸ਼ਰ ਨੂੰ ਜਾਣ ਪਾਏ ਆ, ਮੁਕਤੀ ਨੂੰ ਲੈ ਪਾਏ ਆ, ਬੰਦਰਾਂ ਚੋਂ ਛੁਟਕਾਰਾ ਪਾਇਆ ਵਾ, ਉਹ ਵੀ ਅਬਰਾਹਮ ਦੇ ਅੰਸ਼ ਦੇ ਵਿੱਚੋਂ ਹੀ ਯਿਸੂ ਮਸੀਹ ਯਹੂਦਾ ਦੇ ਘਰਾਣੇ ਦੇ ਵਿੱਚੋਂ, ਦਾਊਦ ਦੀ ਨਸਲ ਦੇ ਵਿੱਚੋਂ ਪੈਦਾ ਹੋਏ। ਆਮੀਨ। ਇਟ ਮੀਨਸ ਕਿ ਜਿਹੜਾ ਵਾਅਦਾ ਪਰਮੇਸ਼ਵਰ ਨੇ ਅਬਰਾਹਮ ਦੇ ਨਾਲ ਕੀਤਾ ਸੀਗਾ, ਅੱਜ ਅਸੀਂ ਉਹਨੂੰ ਕੱਲੇ ਵਾਅਦੇ ਨੂੰ ਪੂਰਾ ਹੁੰਦਾ ਦੇਖ ਰਹੇ ਹਾਂ। ਆਮੀਨ। ਉਹ ਪਰਮੇਸ਼ਵਰ ਆਪਣੇ ਵਾਅਦੇ ਦਾ ਸੱਚਾ ਪਰਮੇਸ਼ਵਰ, ਜਿਹਨੇ ਤੁਹਾਨੂੰ ਕਹਿਤਾ ਯੈਸ ਆ, ਇਹਦਾ ਮਤਲਬ ਫਿਰ ਯੈਸ ਆ। ਹਾਲੇਲੂਇਆ। ਉਹਨੇ ਕਹਿਤਾ ਯੈਸ ਤੇ ਯੈਸ ਵਾ। ਹੁਣ ਤੁਹਾਡੇ ਫੈਸਲੇ ਇਸ ਚੀਜ਼ ਨੂੰ ਲੈਣਗੇ ਕਿ ਤੁਸੀਂ ਉਸ ਯੈਸ ਨੂੰ ਯੈਸ ਰੱਖਣਾ ਜਾਂ ਇਧਰ ਉਧਰ ਭੱਜੇ ਫਿਰਨਾ ਹੈ। ਹਾਲੇਲੂਇਆ। ਉਹਨੇ ਜੇ ਫॉर ਐਗਜ਼ਾਮਪਲ ਉਹਨੇ ਕਹਿਤਾ ਕਿ ਤੂੰ, ਮੈਂ ਤੈਨੂੰ ਬਸ ਤਰੱਕੀ ਦੇ ਦਿੱਤੀ ਆ ਕਿਸੇ ਵੀ ਚੀਜ਼ ਦੇ ਵਿੱਚ, ਇਹਦਾ ਮਤਲਬ ਇਟ ਇਜ਼ ਡਨ, ਦੇ ਦਿੱਤੀ ਆ ਉਹਨੇ। ਹੁਣ ਜੇ ਤੁਸੀਂ ਆਪਣੇ ਟੈਸਟ ਦੇ ਵਿੱਚ ਆਪਣੇ ਉਸ ਹਾਲਾਤਾਂ ਵਿੱਚ ਬੜੇ ਰਹੋਗੇ ਉਹਦੇ ਵਿੱਚ, ਤੇ ਤੁਹਾਡੀ ਗਵਾਹੀ ਸ਼ੋਰ ਆ, ਤੁਹਾਡੀ ਗਵਾਹੀ ਪੱਕੀ ਆ। ਆਮੀਨ। ਹਾਲੇਲੂਇਆ। ਅਸੀਂ ਜੋ ਅੱਜ ਪਰਮੇਸ਼ਵਰ ਦੀ ਦਿੱਤੀ ਹੋਈ ਬਰਕਤ ਨੂੰ ਪਰਮੇਸ਼ਵਰ ਦੇ ਨਾਲੋਂ ਜ਼ਿਆਦਾ ਪਿਆਰ ਨਹੀਂ ਕਰਦੇ। ਪਹਿਲਾ ਸਥਾਨ ਪਰਮੇਸ਼ਵਰ ਦਾ ਹੈ। ਜੇ ਤੁਸੀਂ ਪਹਿਲਾ ਸਥਾਨ ਹਮੇਸ਼ਾ ਪਰਮੇਸ਼ਵਰ ਨੂੰ ਦਵੋਗੇ, ਉਹ ਬਲੇਸਿੰਗ ਵੀ ਫਿਰ ਇਨਕਰੀਜ਼ ਹੁੰਦੀ ਜਾਊਗੀ। ਇਸਹਾਕ ਨੇ ਕਾਲ ਦੇ ਸਮੇਂ 'ਚ ਬੀਜਿਆ ਤੇ 100 ਗੁਣਾ ਵੱਢਿਆ। ਲੋਕਾਂ ਦੇ ਲਈ ਕਾਲ ਵਾ, ਇਸਹਾਕ 100 ਗੁਣਾ ਵੱਢ ਰਿਹਾ ਹੈ। ਹਾਲੇਲੂਇਆ। ਉਹ ਬਲੇਸਿੰਗ ਸੀ ਪਰਮੇਸ਼ਵਰ ਦੇ ਨਾਲ ਦਿੱਤੀ ਹੋਈ ਅਬਰਾਹਮ ਨੂੰ, ਜਿਹੜੀ ਬਲੇਸਿੰਗ ਨੂੰ ਅਬਰਾਹਮ ਨੇ ਪਰਮੇਸ਼ਵਰ ਦੇ ਨਾਲੋਂ ਜ਼ਿਆਦਾ ਪਿਆਰ ਨਹੀਂ ਕੀਤਾ। ਪ੍ਰੋਫੈਟ ਸੈਮੂਅਲ ਰਾਜਿਆਂ ਨੂੰ ਮਸਾ ਕਰਦਾ ਆ, ਇੱਕ ਐਸੇ ਕਰੈਕਟਰ, ਗੁੱਡ ਕਰੈਕਟਰ ਵਾਲਾ ਇਨਸਾਨ ਬਾਈਬਲ ਦੇ ਵਿੱਚ, ਜਿਹਨੇ ਕਿਹਾ ਸੀ ਇਜ਼ਰਾਈਲੀਆਂ ਨੂੰ, ਅਗਰ ਮੇਰੇ 'ਚ ਕੋਈ ਖੋਟ ਆ, ਮੈਂ ਤੁਹਾਡਾ ਕੁਝ ਦੇਣਦਾਰ ਵਾਂ, ਮਰਨ ਤੋਂ ਪਹਿਲਾਂ ਤੇ ਤੁਸੀਂ ਮੈਨੂੰ ਦੱਸ ਸਕਦੇ। ਬਾਈਬਲ 'ਚ ਲਿਖਿਆ ਕਿਸੇ ਨੇ ਉਹਦੇ ਤੇ ਉਂਗਲ ਨਹੀਂ ਚੱਕੀ। ਹਾਲੇਲੂਇਆ। ਔਰ ਇਹ ਉਹ ਬਲੇਸਿੰਗ ਸੀ ਸੈਮੂਅਲ ਜਿਹੜੀ ਪਰਮੇਸ਼ਰ ਨੇ ਹੰਨਾ ਨੂੰ ਦਿੱਤੀ ਸੀ, ਔਰ ਹੰਨਾ ਨੇ ਇਸ ਬਲੇਸਿੰਗ ਨੂੰ ਪਰਮੇਸ਼ਰ ਤੋਂ ਜ਼ਿਆਦਾ ਪਿਆਰ ਨਹੀਂ ਸੀ ਕੀਤਾ। ਮੀਨਸ ਕਿ ਜਿੱਥੇ ਕਿਤੇ ਲੋਕਾਂ ਨੇ ਆਪਣੀ ਬਲੇਸਿੰਗ ਨੂੰ ਪਰਮੇਸ਼ਰ ਤੋਂ ਜ਼ਿਆਦਾ ਪਿਆਰ ਨਹੀਂ ਕੀਤਾ, ਉਹ ਬਲੇਸਿੰਗ ਇਨਕਰੀਜ਼ ਹੋਈ ਆ, ਉਹ ਬਲੇਸਿੰਗ ਮਲਟੀਪਲਾਈ ਹੋਈ ਆ, ਉਹ ਬਲੇਸਿੰਗ ਵੱਧਦੀ ਤੇ ਵੱਧਦੀ ਚਲੀ ਗਈ ਆ। ਆਮੀਨ। ਆਮੀਨ। ਕਿਹਨੇ ਲੈ ਰਿਹਾ ਇਹ ਵਰਡ ਨੂੰ? ਥੈਂਕ ਯੂ ਜੀਸਸ।